ਡਾਕਟਰ ਨਰਿੰਦਰ ਸਿੰਘ ਕਪੂਰ ਦੀ ਕਿਤਾਬ ਸੁਖਨ ਸਨੇਹੀ, ਭਾਗ 9ਵਾਂ, ਪਰੰਪਰਾ ਅਤੇ ਪਰਿਵਰਤਨ। ਗਲਤੀਆਂ ਤੋਂ ਸਿੱਖੇ ਹੋਏ ਸਬਕ ਤਜਰਬਾ ਕਹਾਉਂਦੇ ਹਨ। ਇਹ ਤਜਰਬਾ ਸਾਨੂੰ ਆਪਣੀ ਸੋਚ ਉਸਾਰਨ ਅਤੇ ਸੁਤੰਤਰ ਹੋਣ ਵਿੱਚ ਸਹਾਈ ਹੁੰਦਾ ਹੈ। ਕੇਵਲ ਪੜ੍ਹੇ ਲਿਖੇ ਅਤੇ ਤਜਰਬਾਕਾਰ ਲੋਕ ਹੀ ਸਹੀ ਅਰਥਾਂ ਵਿੱਚ ਆਜ਼ਾਦ ਹੁੰਦੇ ਹਨ। ਇਹ ਸਮਝਣਾ ਬਹੁਤ ਜ਼ਰੂਰੀ ਹੈ ਕਿ ਆਜ਼ਾਦ ਹੋਣਾ ਮਹੱਤਵਪੂਰਨ ਨਹੀਂ, ਆਜ਼ਾਦੀ ਨੂੰ ਅਮਲ ਵਿੱਚ ਲਿਆਉਣਾ ਵਧੇਰੇ ਮਹੱਤਵਪੂਰਨ ਹੁੰਦਾ ਹੈ। ਆਜ਼ਾਦੀ ਨੂੰ ਤਾਂ ਹੀ ਅਮਲ ਵਿੱਚ ਲਿਆਂਦਾ ਜਾ ਸਕਦਾ ਹੈ ਜੇਕਰ ਅਸੀਂ ਅਤੀਤ ਵੱਲ ਸਹੀ ਦ੍ਰਿਸ਼ਟੀ ਨਾਲ ਵੇਖੀਏ ਅਤੇ ਲੰਘ ਗਏ ਖਤਰਿਆਂ ਵੱਲ ਮੁਸਕਰਾਹਟ ਸੁੱਟ ਕੇ ਭਵਿੱਖ ਵੱਲ ਵਧੀਏ। ਸਾਡੀ ਦਿਲਚਸਪੀ ਭਵਿੱਖ ਵਿੱਚ ਹੋਣੀ ਚਾਹੀਦੀ ਹੈ, ਕਿਉਂਕਿ ਬਾਕੀ ਦੀ ਜ਼ਿੰਦਗੀ ਅਸੀਂ ਭਵਿੱਖ ਵਿੱਚ ਗੁਜ਼ਾਰਨੀ ਹੈ। ਭਵਿੱਖ ਦਾ ਦੁਖਾਂਤ ਇਹ ਹੈ ਕਿ ਇਹ ਅਕਸਰ ਸਾਡੇ ਤਿਆਰ ਹੋਣ ਤੋਂ ਪਹਿਲਾਂ ਹੀ ਪਹੁੰਚਦਾ ਹੈ। ਇਹੀ ਕਾਰਨ ਹੈ ਕਿ ਅਸੀਂ ਅਨੇਕਾਂ ਅਵਸਰ ਵਿਅਰਥ ਗਵਾ ਦਿੰਦੇ ਹਾਂ। ਅਵਸਰ ਤੋਂ ਬਿਨਾਂ ਯੋਗਤਾ ਕਿਸੇ ਕੰਮ ਨਹੀਂ ਆਉਂਦੀ। ਬੁੱਢਾ ਉਸ ਵਿਅਕਤੀ ਨੂੰ ਕਹਿੰਦੇ ਹਨ ਜਿਸ ਨੇ ਬਹੁਤ ਸਾਰੇ ਅਵਸਰ ਲੰਘਾ ਦਿੱਤੇ ਹੋਣ, ਜ਼ਿੰਮੇਵਾਰੀਆਂ ਤਿਆਗ ਦਿੱਤੀਆਂ ਹੋਣ ਅਤੇ ਜਿਸ ਦੀ ਸੋਚਾਂ ਅਤੇ ਅੱਖਾਂ ਵਿੱਚ ਸੁਪਨਿਆਂ ਦੀ ਥਾਂ ਪਛਤਾਵਾ ਵਸ ਗਿਆ ਹੋਵੇ। ਜਿੱਥੇ ਗਿਆਨ ਦਾ ਦੀਵਾ ਛੋਟਾ ਹੋਵੇ ਉੱਥੇ ਭਰਮ, ਭੁਲੇਖੇ, ਸੰਸ਼ੇ, ਪਛਤਾਵੇ ਅਤੇ ਅੰਧ ਵਿਸ਼ਵਾਸ ਵੱਡੇ ਹੁੰਦੇ ਹਨ। ਕਈ ਵਾਰੀ 2 ਪੈਸੇ ਦੇ ਹੌਸਲੇ ਬਿਨਾਂ ਲੱਖਾਂ ਕਰੋੜਾਂ ਦੇ ਮੌਕੇ ਨਿਕਲ ਜਾਂਦੇ ਹਨ। ਅਕਸਰ ਇਵੇਂ ਹੁੰਦਾ ਹੈ ਕਿ ਜਦੋਂ ਕੁਝ ਦੇਣ ਦਾ ਅਵਸਰ ਮਿਲਦਾ ਹੈ ਤਾਂ ਸਾਡੇ ਹੱਥ ਖਾਲੀ ਹੁੰਦੇ ਹਨ। ਜਦੋਂ ਕੁਝ ਕਰਨ, ਕਹਿਣ, ਚੱਲਣ, ਸੋਚਣ ਅਤੇ ਸਿੱਖਣ ਦਾ ਮੌਕਾ ਮਿਲਦਾ ਹੈ ਤਾਂ ਅਸੀਂ ਥੱਕੇ ਹੋਏ ਹੁੰਦੇ ਹਾਂ। ਕਹਿੰਦੇ ਹਨ ਜਿੱਤ ਵਾਲੇ ਦਿਨ ਕੋਈ ਥਕਾਵਟ ਦੀ ਸ਼ਿਕਾਇਤ ਨਹੀਂ ਕਰਦਾ। ਮੈਂ ਤਾਂ ਕਹਾਂਗਾ ਕਿ ਜਿੱਤਣ ਵਾਲਾ ਕੋਈ ਵੀ ਸ਼ਿਕਾਇਤ ਨਹੀਂ ਕਰਦਾ। ਜਿਸ ਦਾ ਭਵਿੱਖ ਵਿੱਚ ਵਿਸ਼ਵਾਸ ਹੁੰਦਾ ਹੈ ਉਸ ਨੂੰ ਸ਼ਿਕਾਇਤ ਕਰਨੀ ਹੀ ਨਹੀਂ ਚਾਹੀਦੀ। ਕਈਆਂ ਨੂੰ ਮੰਗਤੇ ਦੇ ਮੂੰਹ ਵਾਂਗ ਜਾਂ ਲੈਟਰ ਬਾਕਸ ਵਾਂਗ ਕੇਵਲ ਪ੍ਰਾਪਤ ਕਰਨ ਦਾ ਹੀ ਚਾਅ ਹੁੰਦਾ ਹੈ। ਕਹਿੰਦੇ ਹਨ ਕਿ ਜੇ ਪਿਤਾ ਕੋਲ ਸੰਤਾਨ ਨੂੰ ਦੇਣ ਲਈ ਕੁਝ ਵੀ ਨਹੀਂ ਤਾਂ ਉਸ ਨੂੰ ਚਾਹੀਦਾ ਹੈ ਕਿ ਆਪਣੇ ਪੁੱਤਰਾਂ ਧੀਆਂ ਨੂੰ ਹੌਸਲਾ ਦੇਵੇ ਤਾਂ ਕਿ ਭਾਵੇਂ ਉਹ ਜ਼ਿੰਦਗੀ ਦੀ ਲੜਾਈ ਨੂੰ ਹਾਰਨ ਪਰ ਲੜਨ ਉਪਰੰਤ ਹੀ ਹਾਰਨ। ਉਹ ਉਹਨਾਂ ਨੂੰ ਆਪਣੇ ਆਪ 'ਤੇ ਹੱਸਣਾ ਸਿਖਾਵੇ, ਕਿਉਂਕਿ ਜਿਹੜਾ ਆਪਣੇ ਆਪ 'ਤੇ ਹੱਸ ਸਕਦਾ ਹੈ ਉਸ ਨੂੰ ਆਪਣੀ ਖੁਸ਼ੀ ਲਈ ਕਿਸੇ 'ਤੇ ਨਿਰਭਰ ਹੋਣ ਦੀ ਮਜਬੂਰੀ ਨਹੀਂ ਹੋਵੇਗੀ। ਉਹ ਉਸ ਨੂੰ ਦੱਸੇ ਕਿ ਚਿੰਤਾ ਨੂੰ ਕੰਮ ਨਾਲ ਮਾਰਿਆ ਜਾ ਸਕਦਾ ਹੈ। ਉਹ ਉਸ ਨੂੰ ਸਮਝਾਵੇ ਕਿ ਆਪਣੀ ਅਗਿਆਨਤਾ ਪ੍ਰਤੀ ਉਹ ਪੜ੍ਹਨ ਦੀ ਆਦਤ ਤੋਂ ਬਿਨਾਂ ਸੁਚੇਤ ਨਹੀਂ ਹੋ ਸਕਦਾ ਅਤੇ ਸੁਚੇਤ ਹੋਏ ਬਿਨਾਂ ਉਹਨਾਂ ਦੇ ਕਿਸੇ ਯਤਨ ਨੂੰ ਫਲ ਨਹੀਂ ਲੱਗਣਗੇ। ਬੱਚਿਆਂ ਨੂੰ ਅਕਸਰ ਮਾਪੇ ਪਿਛੜ ਗਏ ਪ੍ਰਤੀਤ ਹੁੰਦੇ ਹਨ ਅਤੇ ਮਾਵਾਂ ਵਧੇਰੇ ਹੀ ਪਿਛੜ ਗਈਆਂ ਲੱਗਦੀਆਂ ਹਨ। ਪਰ ਮਾਪੇ ਉਦੇਸ਼ਾਂ ਰਾਹੀਂ ਨਹੀਂ, ਸਵੈ ਕਾਬੂ ਅਤੇ ਉਦਾਹਰਨ ਰਾਹੀਂ ਆਪਣੇ ਬੱਚਿਆਂ ਦਾ ਮੂੰਹ ਨਵੇਂ ਦਮੇਲਾਂ ਵੱਲ, ਵਿਕਾਸ ਵੱਲ, ਤਬਦੀਲੀ ਵੱਲ, ਪਰਿਵਰਤਨ ਵੱਲ ਮੋੜ ਸਕਦੇ ਹਨ। ਅਜਿਹਾ ਕਰਨ ਨਾਲ ਬੱਚੇ ਖਤਰਿਆਂ ਨਾਲ ਇਕਸੁਰ ਹੋ ਸਕਣਗੇ ਅਤੇ ਖਤਰਿਆਂ ਵਿੱਚੋਂ ਅਵਸਰ ਵੇਖ ਸਕਣਗੇ। ਜਦੋਂ ਉਹਨਾਂ ਨੂੰ ਇਹ ਪਤਾ ਲੱਗੇਗਾ ਕਿ ਸੰਸਾਰ ਵਿੱਚ ਹਰ ਚੀਜ਼ ਖਤਰੇ ਭਰੀ ਹੈ ਤਾਂ ਉਹ ਇਹ ਵੀ ਜਾਣਗੇ ਕਿ ਖਤਰਿਆਂ ਤੋਂ ਬਿਨਾਂ ਜੀਵਨ ਸੰਭਵ ਨਹੀਂ। ਸਾਨੂੰ ਸਮਝ ਲੈਣਾ ਚਾਹੀਦਾ ਹੈ ਕਿ ਅਸੀਂ ਜਿਉਂਦੇ ਜੀ ਧਰਤੀ ਤੋਂ ਬਾਹਰ ਨਹੀਂ ਜਾ ਸਕਦੇ ਅਤੇ ਅਸੀਂ ਜੀਵਨ ਨੂੰ ਕਿਸੇ ਢੰਗ ਨਾਲ ਵੀ ਸੰਪੂਰਨ ਭਾਂਤ ਸੁਰੱਖਿਅਤ ਅਤੇ ਖਤਰਿਆਂ ਤੋਂ ਮੁਕਤ ਨਹੀਂ ਬਣਾ ਸਕਦੇ। ਲੇਖਕ ਭਾਵੇਂ ਚਿੱਤਰਦੇ ਮਨੁੱਖ ਦਾ ਅਧੂਰਾਪਨ ਹਨ, ਪਰ ਉਹਨਾਂ ਦਾ ਸੁਪਨਾ ਮਨੁੱਖ ਦੀ ਸੰਪੂਰਨਤਾ ਹੁੰਦਾ ਹੈ। ਅਨੁਭਵੀ ਲੇਖਕ ਦਾ ਕਰਤੱਵ ਹੈ ਕਿ ਉਹ ਪਾਠਕਾਂ ਦੇ ਖਿੰਡੇ ਹੋਏ ਮਨ ਨੂੰ
ਇਕਾਗਰ ਕਰੇ ਅਤੇ ਉਹਨਾਂ ਨੂੰ ਜੀਵਨ ਦੇ ਸੁਰ ਤਾਲ ਨਾਲ ਜੋੜੇ ਅਤੇ ਦੱਸੇ ਕਿ ਜੇ ਸਾਨੂੰ ਅਤੀਤ ਉੱਤੇ ਮਾਣ ਹੈ ਤਾਂ ਭਵਿੱਖ ਉੱਤੇ ਵੀ ਗੌਰਵ ਹੋਵੇਗਾ। ਰੁੱਝੇ ਹੋਏ ਅਨੁਭਵੀ ਬੰਦੇ ਨੂੰ ਕਲਾਕਾਰ ਕਹਿੰਦੇ ਹਨ। ਕਲਾਕਾਰ ਆਪਣੇ ਸਾਹਮਣੇ ਦਿਸਦੇ ਖੰਡਰਾਂ ਵਿੱਚੋਂ ਨਵੀਆਂ ਬਾਦਸ਼ਾਹੀਆਂ ਦੇ ਸੁਪਨੇ ਜਗਾਉਂਦਾ ਹੈ। ਜੋ ਅਨੁਭਵ ਕਲਾਕਾਰ ਆਪਣੇ ਦੁੱਖ ਵਿੱਚੋਂ ਪ੍ਰਾਪਤ ਕਰਦਾ ਹੈ ਉਸ ਨੂੰ ਮਾਨਵ ਜਾਤੀ ਖੁਸ਼ੀਆਂ ਵੇਲੇ ਗਾਉਂਦੀ ਹੈ। ਕਲਾਕਾਰ ਸਮੇਂ ਦੇ ਨਿਸ਼ਾਨ ਸਾਹਿਬ ਹੁੰਦੇ ਹਨ ਜਿਹੜੇ ਸਭਿਅਤਾ ਦੇ ਵਿਹੜੇ ਵਿੱਚ ਉੱਚੇ ਝੂਲਦੇ ਹਨ। ਕਲਾਕਾਰਾਂ ਦਾ ਯੋਗਦਾਨ ਇਹ ਹੁੰਦਾ ਹੈ ਕਿ ਉਹ ਸਭਿਅਤਾ ਨੂੰ ਜੀਣ ਥੀਣ ਦਾ ਨਵਾਂ ਢੰਗ ਸਲੀਕਾ ਦੱਸਦੇ ਹਨ। ਉਹਨਾਂ ਦੇ ਨਵੇਂ ਵਿਚਾਰਾਂ ਦੀ ਉਦੋਂ ਤੱਕ ਹੀ ਵਿਰੋਧਤਾ ਹੁੰਦੀ ਹੈ ਜਦੋਂ ਤੱਕ ਇਹ ਆਮ ਆਦਮੀ ਦੇ ਵਿਚਾਰ ਨਹੀਂ ਬਣ ਜਾਂਦੇ। ਕੋਈ ਵੀ ਸੱਚਾ ਕਲਾਕਾਰ ਇਹ ਨਹੀਂ ਚਾਹੁੰਦਾ ਕਿ ਉਸਦੀ ਕਲਾ ਸਦੀਆਂ ਤੱਕ ਮਾਨਵ ਜਾਤੀ ਨੂੰ ਰਾਹ ਦਿਖਾਵੇ। ਜਦੋਂ ਉਸਦਾ ਸੁਪਨਾ ਇਹ ਹੁੰਦਾ ਹੈ ਕਿ ਉਹ ਲੋਕ ਅੱਗੇ ਆਉਣ ਜਿਨ੍ਹਾਂ ਨੂੰ ਮਾਨਵ ਜਾਤੀ ਦੇ ਵਿਕਾਸ ਰਾਹ ਚੌੜੇ ਕਰਨ ਦਾ ਚਾਅ ਹੋਵੇ। ਕਲਾਕਾਰ ਦੀ ਦ੍ਰਿਸ਼ਟੀ ਤੋਂ ਵੇਖਿਆ ਸਭਿਅਤਾ ਇੱਕ ਸਫ਼ਰ ਹੈ, ਮੰਜ਼ਿਲ ਨਹੀਂ। ਜਿਹੜੇ ਵਿਅਕਤੀ ਵਿਆਕਰਨ ਜਾਣਦੇ ਹਨ ਉਹੀ ਸਮਝਣਗੇ ਕਿ ਸਭਿਅਤਾ ਨਾਮ ਨਹੀਂ ਕਿਰਿਆ ਹੈ। ਇਹ ਫੈਲਣ ਤੋਂ ਵੀ ਵੱਧ ਡੂੰਘੇ ਹੋਣ ਦਾ ਅਨੁਭਵ ਹੈ। ਕੇਵਲ ਮੁਰਦੇ ਅਤੇ ਮੂਰਖ ਹੀ ਆਪਣੇ ਵਿਚਾਰ ਨਹੀਂ ਬਦਲਦੇ, ਉਹ ਬਦਲਣ ਦਾ ਯਤਨ ਵੀ ਨਹੀਂ ਕਰਦੇ। ਜੇ ਅਸੀਂ ਯਤਨ ਨਹੀਂ ਕਰਾਂਗੇ ਤਾਂ ਸਫਲ ਕਿਵੇਂ ਹੋਵਾਂਗੇ? ਬਹੁਤੇ ਲੋਕ ਜੋਸ਼ੀਲੇ ਅਤੇ ਭਾਵੁਕ ਹੁੰਦੇ ਹਨ। ਉਹ ਪਰੰਪਰਾਵਾਦੀ ਇਸ ਲਈ ਪ੍ਰਤੀਤ ਹੁੰਦੇ ਹਨ ਕਿਉਂਕਿ ਉਹ ਆਪਣੀਆਂ ਭਾਵਨਾਵਾਂ ਨੂੰ ਪ੍ਰਗਟਾਉਣ ਦਾ ਕੋਈ ਨਵਾਂ ਢੰਗ ਤਰੀਕਾ ਨਹੀਂ ਲੱਭਦੇ। ਪਰੰਪਰਾਗਤ ਸਮਾਜ ਪਰਿਵਰਤਨ ਨੂੰ ਪਸੰਦ ਨਹੀਂ ਕਰਦੇ, ਪਰ ਪਰਿਵਰਤਨ ਤੋਂ ਬਿਨਾਂ ਅਗਲੇਰਾ ਵਿਕਾਸ ਸੰਭਵ ਨਹੀਂ ਹੁੰਦਾ। ਅਸੀਂ ਸਮਝਦੇ ਹਾਂ ਕਿ ਸਭਿਅਤਾ ਲੰਬੇ ਸਮੇਂ ਤੱਕ ਥੱਕ ਗਈ ਹੈ, ਪਰ ਕੁਝ ਸਮੇਂ ਮਗਰੋਂ ਅਸੀਂ ਅਨੁਭਵ ਕਰਾਂਗੇ ਕਿ ਅਜੇ ਤਾਂ ਕੁੱਕੜ ਨੇ ਬਾਂਗ ਹੀ ਦਿੱਤੀ ਹੈ। ਪਹਾੜਾਂ ਨੂੰ ਫਤਿਹ ਕਰਨ ਵਾਲਿਆਂ ਅਤੇ ਸਮੁੰਦਰ ਦੇ ਸਫ਼ਰ 'ਤੇ ਜਾਣ ਵਾਲਿਆਂ ਦੇ ਜੀਵਨ ਵਿੱਚ ਅਨੇਕਾਂ ਖਤਰੇ ਹੁੰਦੇ ਹਨ, ਪਰ ਇਹ ਖਤਰੇ ਹੀ ਇਹਨਾਂ ਕੰਮਾਂ ਨੂੰ ਮਨ ਪਰਚਾਵਾ ਅਤੇ ਖੇਡਾਂ ਬਣਾਉਂਦੇ ਹਨ। ਉਂਝ ਤਾਂ ਸੰਸਾਰ ਹਰ ਦੇਸ਼ ਆਪਣੀ ਆਪਣੀ ਪਰੰਪਰਾ ਵਿੱਚ ਵਿਚਰ ਰਿਹਾ ਹੈ, ਪਰ ਜਿਹੜੇ ਸਾਡੇ ਤੋਂ ਅੱਗੇ ਲੰਘ ਗਏ ਹਨ ਉਹ ਸਾਨੂੰ ਆਧੁਨਿਕ ਪ੍ਰਤੀਤ ਹੁੰਦੇ ਹਨ ਅਤੇ ਅਸੀਂ ਆਪ ਪਛੜ ਗਏ ਅਨੁਭਵ ਕਰਦੇ ਹਾਂ। ਨਿਰਸੰਦੇਹ ਕੁਝ ਦਹਾਕੇ ਪਹਿਲਾਂ ਸਾਰਾ ਸੰਸਾਰ ਹੀ ਪਰੰਪਰਾਗਤ ਲੀਹਾਂ 'ਤੇ ਚੱਲ ਰਿਹਾ ਸੀ ਅਤੇ ਅੱਜ ਵੀ ਸੰਸਾਰ ਦਾ ਬਹੁਤ ਵੱਡਾ ਭਾਗ ਪਰੰਪਰਾ ਨੂੰ ਪਾਲ ਰਿਹਾ ਹੈ। ਗੁਲਾਮ ਦੇਸ਼ ਆਜ਼ਾਦ ਹੋ ਗਏ ਹਨ ਅਤੇ ਅਨੇਕਾਂ ਨੇ ਆਪਣੀ ਪਰੰਪਰਾ ਨੂੰ ਵਿਕਸਿਤ ਕਰਨ ਵੱਲ ਧਿਆਨ ਵੀ ਦਿੱਤਾ ਹੈ, ਜਦੋਂ ਕਿ ਅਨੇਕਾਂ ਦੇਸ਼ਾਂ ਨੇ ਆਪਣੀ ਬੌਧਿਕ ਗੁਲਾਮੀ ਕਾਰਨ ਜੀਵਨ ਦੇ ਵਿਭਿੰਨ ਖੇਤਰਾਂ ਵਿੱਚ ਅਮਰੀਕਾ ਅਤੇ ਯੂਰਪ ਅਰਥਾਤ ਪੱਛਮ ਨੂੰ ਆਪਣਾ ਆਦਰਸ਼ ਮਿਥ ਲਿਆ ਹੈ। ਅਜਿਹੇ ਦੇਸ਼ਾਂ ਵਿੱਚ ਪੱਛਮੀ ਮਾਡਲ ਅਨੁਸਾਰ ਜੀਵਨ ਦਾ ਸ਼ਹਿਰੀਕਰਨ ਹੋਇਆ ਹੈ ਅਤੇ ਰੁਜ਼ਗਾਰ ਅਤੇ ਵਧੇਰੇ ਕਾਰਜਸ਼ੀਲ ਜੀਵਨ ਦੀ ਭਾਲ ਵਿੱਚ ਲੱਖਾਂ ਕਰੋੜਾਂ ਲੋਕ ਆਪਣੀ ਪਰੰਪਰਾਗਤ ਜੀਵਨ ਜਾਂਚ ਨੂੰ ਤਿਆਗ ਕੇ ਸ਼ਹਿਰਾਂ ਵਿੱਚ ਨਵੀਂ ਨੁਹਾਰ ਅਤੇ ਨਵੀਆਂ ਸਮੱਸਿਆਵਾਂ ਵਾਲਾ ਜੀਵਨ ਜਿਉਣ ਲਈ ਮਜਬੂਰ ਹੋਏ ਹਨ। ਹਜ਼ਾਰਾਂ ਦੀ ਗਿਣਤੀ ਵਿੱਚ ਵਧੇਰੇ ਅਵਸਰਾਂ ਦੀ ਭਾਲ ਵਿੱਚ ਲੋਕ ਵਿਦੇਸ਼ਾਂ ਵਿੱਚ ਗਏ ਹਨ ਅਤੇ ਇਹ ਲੋਕ ਆਪਣੀ ਪਰੰਪਰਾ ਨਾਲੋਂ ਟੁੱਟਦੇ ਟੁੱਟ ਗਏ ਹਨ। ਸ਼ਹਿਰਾਂ ਅਤੇ ਵਿਦੇਸ਼ਾਂ ਵੱਲ ਜਾਣ ਦਾ ਰੁਝਾਨ ਪਿਛਲੇ ਕੁਝ ਵਰ੍ਹਿਆਂ ਵਿੱਚ ਇਤਨਾ ਵੱਧ ਗਿਆ ਹੈ ਅਤੇ ਵਿਦੇਸ਼ੀ ਚੀਜ਼ਾਂ ਵਸਤਾਂ ਇੰਨੀ ਮਾਤਰਾ ਵਿੱਚ ਆ ਗਈਆਂ ਹਨ
ਕਿ ਕਈ ਸਮਾਜਾਂ ਲਈ ਆਪਣੀ ਨਵਕੀਲੀ ਪਛਾਣ ਬਣਾਈ ਰੱਖਣੀ ਅਸੰਭਵ ਹੋ ਗਈ ਹੈ। ਨਵੇਂ ਕੰਮਾਂ ਧੰਦਿਆਂ ਨੇ ਆਪਸੀ ਰਿਸ਼ਤਿਆਂ, ਜੀਵਨ ਮੁੱਲਾਂ, ਉਦੇਸ਼ਾਂ, ਆਦਰਸ਼ਾਂ ਆਦਿ ਨੂੰ ਨਵੇਂ ਰੰਗਾਂ ਰੂਪਾਂ ਵਿੱਚ ਢਾਲਿਆ ਹੈ ਅਤੇ ਨਤੀਜੇਵਸ਼ ਜੀਵਨ ਨੂੰ ਸਮਝਣ, ਸਮਝਾਉਣ ਅਤੇ ਆਪਣੇ ਅਹਿਸਾਸਾਂ ਅਤੇ ਅਨੁਭਵਾਂ ਨੂੰ ਪ੍ਰਗਟਾਉਣ ਦੀ ਨੁਹਾਰ ਵੀ ਬਦਲ ਗਈ ਹੈ। ਇਹ ਹੈਰਾਨੀ ਦੀ ਗੱਲ ਹੈ ਕਿ ਹਰ ਦੇਸ਼ ਵਿੱਚ, ਹਰ ਇਲਾਕੇ ਦੇ ਲੋਕਾਂ ਦੀ ਪਰੰਪਰਾ ਵੱਖਰੀ ਭਾਂਤ ਦੀ ਹੈ, ਪਰ ਪਰਿਵਰਤਨ ਇੱਕੋ ਪ੍ਰਕਾਰ ਦਾ ਵਾਪਰ ਰਿਹਾ ਹੈ। ਇਸ ਦਾ ਕਾਰਨ ਇਹ ਪ੍ਰਤੀਤ ਹੁੰਦਾ ਹੈ ਕਿ ਆਵਾਜਾਈ ਦੀਆਂ ਕਠਿਨਾਈਆਂ ਅਤੇ ਸੰਚਾਰ ਦੇ ਸੀਮਤ ਸਾਧਨਾਂ ਕਾਰਨ ਲਗਭਗ ਸਾਰਾ ਵਿਸ਼ਵ ਪਰੰਪਰਾ ਦੀ ਬੁੱਕਲ ਵਿੱਚ ਇਸ ਲਈ ਸੁਰੱਖਿਅਤ ਅਨੁਭਵ ਕਰਦਾ ਰਿਹਾ ਹੈ ਕਿਉਂਕਿ ਲੋਕਾਂ ਨੂੰ ਆਪਣੀ ਜੀਵਨ ਜਾਂਚ ਤੋਂ ਇਲਾਵਾ ਕਿਸੇ ਹੋਰ ਢੰਗ ਤਰੀਕੇ ਦੀ ਸੂਝ ਹੀ ਨਹੀਂ ਸੀ। ਅਜਿਹੇ ਲੋਕਾਂ ਦੀ ਉਪਜੀਵਿਕਾ ਦਾ ਸਾਧਨ ਖੇਤੀਬਾੜੀ ਜਾਂ ਅਜਿਹੇ ਹੋਰ ਮੁੱਢਲੇ ਅਤੇ ਪਰੰਪਰਾਗਤ ਢੰਗ ਤਰੀਕੇ ਰਹੇ ਸਨ ਕਿ ਉਹਨਾਂ ਵਿੱਚ ਕਿਸੇ ਪ੍ਰਕਾਰ ਦੀ ਤਬਦੀਲੀ ਕਰਨ ਦੀ ਲੋੜ ਹੀ ਨਹੀਂ ਪਈ। ਇਸੇ ਕਾਰਨ ਕਰਕੇ ਅਜਿਹੇ ਸਮਾਜਾਂ ਵਿੱਚ ਤਬਦੀਲੀ, ਵਿਕਾਸ ਅਤੇ ਪਰੰਪਰਾ ਦੀ ਚਾਲ ਮੱਠੀ ਰਹੀ ਹੈ। ਇਹ ਮੱਠੀ ਚਾਲ ਪਰੰਪਰਾਵਾਦੀਆਂ ਨੂੰ ਸ਼ਕਤੀ ਪ੍ਰਤੀਤ ਹੁੰਦੀ ਹੈ ਅਤੇ ਪਰਿਵਰਤਨਵਾਦੀਆਂ ਨੂੰ ਇਹ ਸਭ ਤੋਂ ਵੱਡੀ ਕਮਜ਼ੋਰੀ ਪ੍ਰਤੀਤ ਹੁੰਦੀ ਹੈ। ਆਪਣੇ ਆਪ ਵਿੱਚ ਸਵੈ ਸੰਪੰਨ ਹੋਣ ਕਾਰਨ ਭਾਰਤ, ਚੀਨ ਆਦਿ ਪਰੰਪਰਾਗਤ ਸਮਾਜ ਕਿਸੇ ਬਾਹਰਲੇ ਸਮਾਜ ਦੇ ਪ੍ਰਭਾਵਾਂ ਨੂੰ ਕਬੂਲਣ ਦੇ ਪੱਖੋਂ ਸੰਕੋਚ ਹੀ ਕਰਦੇ ਰਹੇ ਹਨ। ਪਰ ਆਬਾਦੀ ਦੇ ਵਾਧੇ ਅਤੇ ਹੋਰ ਕਾਰਨਾਂ ਕਾਰਨ ਪਿੰਡ ਵੱਡੇ ਹੁੰਦੇ ਗਏ ਹਨ ਅਤੇ ਵੱਡੀਆਂ ਆਬਾਦੀਆਂ ਸ਼ਹਿਰ ਬਣਦੀਆਂ ਗਈਆਂ ਹਨ। ਭਾਵੇਂ ਪਰੰਪਰਾਗਤ ਸਮਾਜਾਂ ਵਿੱਚ ਪਰਿਵਰਤਨ ਬਹੁਤ ਹੌਲੀ ਵਾਪਰਦਾ ਹੈ, ਪਰ ਜਦੋਂ ਵਾਪਰਦਾ ਹੈ ਤਾਂ ਇਹ ਸਭ ਖੇਤਰਾਂ ਵਿੱਚ ਵਾਪਰਦਾ ਹੈ ਅਤੇ ਲੋਕਾਂ ਦੇ ਆਪਸੀ ਸੰਬੰਧਾਂ, ਰੀਤੀ ਰਿਵਾਜਾਂ ਅਤੇ ਸੋਚਣ ਮਹਿਸੂਸਣ ਦੇ ਢੰਗਾਂ ਵਿੱਚ ਇਹ ਪਰਿਵਰਤਨ ਬੜੇ ਸੂਖਮ ਢੰਗਾਂ ਨਾਲ ਵਾਪਰਦੇ ਹੈ। ਆਰੰਭ ਵਿੱਚ ਵਿਰੋਧ ਉਤਪੰਨ ਹੁੰਦਾ ਹੈ। ਨਵੀਂ ਖੁਰਾਕ ਨੂੰ, ਬੇਸੁਆਦਾਂ ਅਤੇ ਨਵੇਂ ਕੰਮਾਂ ਨੂੰ ਵਧੇਰੇ ਥਕਾਵਟ ਵਾਲਾ ਸਮਝਿਆ ਜਾਂਦਾ ਹੈ। ਰਿੰਨਣ ਪਕਾਉਣ ਦੇ ਢੰਗਾਂ ਦੀ ਉਦਾਹਰਨ ਦਿੱਤੀ ਜਾ ਸਕਦੀ ਹੈ। ਭਾਵੇਂ ਹੁਣ ਵੀ ਬਹੁਤ ਸਾਰੀਆਂ ਥਾਵਾਂ 'ਤੇ ਪੁਰਾਣੀਆਂ ਵਿਧੀਆਂ ਵਰਤੀਆਂ ਜਾਂਦੀਆਂ ਹਨ, ਪਰ ਨਵੀਆਂ ਵਿਧੀਆਂ ਅਪਣਾਉਣ ਵਾਲਾ ਦ੍ਰਿਸ਼ਟੀਕੋਣ ਹਾਂ ਪੱਖੀ ਹੋ ਗਿਆ ਹੈ। ਪਹਿਲਾਂ ਅੱਗ ਬਾਲਣ ਸਮੇਂ ਧੂੰਆਂ ਹੁੰਦਾ ਸੀ। ਇਹ ਧੂੰਆਂ ਅੱਖਾਂ ਵਿੱਚ ਲੜਦਾ ਸੀ, ਪਰ ਨਾਲ ਹੀ ਇਹ ਮੱਛਰਾਂ ਦਾ ਇਲਾਜ ਵੀ ਸੀ। ਹੁਣ ਗੈਸ ਵਰਤਣ ਨਾਲ ਧੂੰਏਂ ਤੋਂ ਮੁਕਤੀ ਮਿਲ ਗਈ ਹੈ, ਪਰ ਮੱਛਰ ਵੱਧ ਗਿਆ ਹੈ। ਇਵੇਂ ਹੀ ਧੂੰਆਂ ਝੁੱਗੀਆਂ ਵਿੱਚ ਰਹਿਣ ਵਾਲੇ ਲੋਕਾਂ ਦੀਆਂ ਝੁੱਗੀਆਂ ਦੀਆਂ ਛੱਤਾਂ ਵਿੱਚ ਕੱਖਾਂ ਕਾਨਿਆਂ ਨੂੰ ਖਾਣ ਵਾਲੇ ਕੀੜਿਆਂ ਦਾ ਵੀ ਇਲਾਜ ਸੀ। ਜਦੋਂ ਪੂਰਬ ਦੇ ਇੱਕ ਦੇਸ਼ ਵਿੱਚ ਲੋਕਾਂ ਨੂੰ ਧੂੰਏਂ ਰਹਿਤ ਅੱਗ ਬਾਲਣ ਦਾ ਢੰਗ ਸਿਖਾਇਆ ਗਿਆ ਤਾਂ ਉਹਨਾਂ ਨੂੰ ਕੀੜਿਆਂ ਵੱਲੋਂ ਖਾਧੀ ਜਾਣ ਕਾਰਨ ਝੁੱਗੀ ਦੀ ਛੱਤ ਹਰ ਛਮਾਹੀ ਨਵੇਂ ਮੌਸਮ ਵਿੱਚ ਬਦਲਣ ਦੀ ਮਜਬੂਰੀ ਆਣ ਬਣੀ। ਇੱਥੇ ਹੀ ਜਿੱਥੇ ਕਿਧਰੇ ਵੀ ਮਲ ਮੂਤਰ ਦੀ ਨਿਕਾਸੀ ਦਾ ਪੱਛਮੀ ਢੰਗ ਤਰੀਕਾ ਅਪਣਾਇਆ ਗਿਆ, ਉੱਥੇ ਪਾਣੀ ਦੀ ਟੈਂਕੀ ਵਾਲੀ ਮੋਟਰ ਖਰਾਬ ਹੋਣ ਕਾਰਨ ਜਾਂ ਪਾਣੀ ਦੀ ਨਲ ਟੁੱਟ ਜਾਣ ਕਾਰਨ ਜਾਂ ਕਿਸੇ ਹੋਰ ਕਾਰਨ ਸਾਰੀ ਵਿਉਂਤ ਫੇਲ ਹੋ ਜਾਂਦੀ ਰਹੀ ਹੈ। ਨਾਲੇ ਮਲ ਮੂਤਰ ਵਾਲੀ ਪੱਛਮੀ ਪ੍ਰਣਾਲੀ ਵਿਅਕਤੀ ਨੂੰ ਹੋਰ ਢੰਗ ਨਾਲ ਬੈਠਣ ਲਈ ਪ੍ਰੇਰਦੀ ਹੈ, ਜਦੋਂ ਕਿ ਪੂਰਬ ਵਿੱਚ ਗੋਡਿਆਂ ਭਰ ਬੈਠਣ ਦੀ ਆਦਤ ਹੈ। ਇਹਨਾਂ ਕਾਰਨਾਂ ਕਰਕੇ ਅਨੇਕਾਂ ਸਕੀਮਾਂ ਉੱਤੇ ਢੇਰ ਖਰਚ ਆਉਣ ਦੇ ਬਾਵਜੂਦ ਲੋਕ ਕਈ ਕਾਰਨਾਂ ਕਰਕੇ ਮੁੜ ਪਰੰਪਰਾਗਤ ਢੰਗ ਤਰੀਕੇ ਅਪਣਾਉਣ ਲਈ ਮਜਬੂਰ ਹੁੰਦੇ ਜਾ ਰਹੇ ਹਨ।
ਲੋਕਾਂ ਦੀਆਂ ਸਦੀਆਂ ਪੁਰਾਣੀਆਂ ਆਦਤਾਂ ਨੂੰ ਬਦਲਣਾ ਨਾ ਸੌਖਾ ਹੁੰਦਾ ਹੈ, ਨਾ ਸਰਲ ਅਤੇ ਨਾ ਹੀ ਸਿੱਧਾ। ਉਦਾਹਰਨ ਵਜੋਂ ਕੱਪੜੇ ਧੋਣ ਅਤੇ ਸਫਾਈ ਰੱਖਣ ਦੇ ਨਵੇਂ ਤਰੀਕੇ ਅੰਤਾਂ ਦੇ ਪਾਣੀ ਦੀ ਮੰਗ ਕਰਦੇ ਹਨ, ਪਰ ਜਿੱਥੇ ਪੀਣ ਵਾਲੇ ਪਾਣੀ ਦੀ ਸਮੱਸਿਆ ਹੋਵੇ, ਉੱਥੇ ਢੇਰ ਪਾਣੀ ਨੂੰ ਕੱਪੜੇ ਧੋਣ ਦੇ ਲੇਖੇ ਲਾ ਦੇਣਾ ਬਹੁਤ ਦੂਰ ਦੀ ਗੱਲ ਹੈ। ਜਦੋਂ ਬਾਹਰੀ ਪ੍ਰਭਾਵਾਂ ਕਾਰਨ ਜੀਵਨ ਜਾਂਚ ਬਦਲਦੀ ਹੈ ਤਾਂ ਇਸ ਦਾ ਪ੍ਰਭਾਵ ਪਰਿਵਾਰਕ ਸੰਬੰਧਾਂ ਉੱਤੇ ਵੀ ਪੈਂਦਾ ਹੈ ਅਤੇ ਨਤੀਜੇ ਵਸ ਪਰੰਪਰਾਗਤ ਪਰਿਵਾਰਕ ਸੰਬੰਧਾਂ ਵਿੱਚ ਵਿਰੋਧ, ਤਣਾਅ ਅਤੇ ਤਰੇੜਾਂ ਦੇ ਉਤਪੰਨ ਹੋਣ ਕਾਰਨ ਅਸੀਂ ਰਿਸ਼ਤੇ ਨਾਪੱਖੀ ਢੰਗ ਨਾਲ ਪ੍ਰਭਾਵਿਤ ਹੁੰਦੇ ਹਨ। ਸਾਡੇ ਦੇਸ਼ ਵਿੱਚ ਸਾਂਝੀ ਟੱਬਰਦਾਰੀ ਕਾਰਨ ਨਾ ਤਲਾਕ ਦੀ ਸਮੱਸਿਆ ਪੈਦਾ ਹੋਈ, ਨਾ ਵਿਧਵਾ ਵਿਆਹ ਦੀ ਅਤੇ ਨਾ ਹੀ ਯਤੀਮਖਾਨਿਆਂ ਦੀ ਲੋੜ ਪਈ ਹੈ। ਇਕੱਲਤਾ ਅਤੇ ਇਕਲਾਪੇ ਦਾ ਅਹਿਸਾਸ ਵੀ ਸਾਡੇ ਸਮਾਜ ਦਾ ਅਨੁਭਵ ਨਹੀਂ ਹੈ। ਸਾਡਾ ਜੀਵਨ ਧਰਮ ਆਧਾਰਿਤ ਹੋਣ ਕਾਰਨ ਇਹ ਉੱਚੇ ਸੁੱਚੇ ਜੀਵਨ ਮੁੱਲਾਂ ਨੂੰ ਵਿਚਾਰਦਾ ਰਿਹਾ ਹੈ। ਜੇ ਵਿਸ਼ਾਲ ਦ੍ਰਿਸ਼ਟੀ ਨਾਲ ਵੇਖਿਆ ਜਾਵੇ ਤਾਂ ਸਮਾਜ ਪਰੰਪਰਾਗਤ ਲੀਹਾਂ 'ਤੇ ਚੱਲਦੇ ਹੀ ਤਾਂ ਹਨ, ਕਿਉਂਕਿ ਉਹਨਾਂ ਦੀਆਂ ਨੀਹਾਂ ਵਿੱਚ ਹੰਢਣਸਾਰ ਧਾਰਮਿਕ ਅਤੇ ਸਮਾਜਿਕ ਸੰਕਲਪ ਉਸਰੇ ਹੁੰਦੇ ਹਨ। ਅਜਿਹੇ ਸੱਭਿਆਚਾਰ ਆਪਣਾ ਜੀਵਨ ਅਨੁਭਵ ਵਾਰਤਕ ਦੇ ਮੁਕਾਬਲੇ ਕਿਵਤਾ ਵਿੱਚ ਵਧੇਰੇ ਸੌਖ ਨਾਲ ਪ੍ਰਗਟਾਉਂਦੇ ਹਨ। ਅਜਿਹੇ ਸਮਾਜ ਦੀ ਕਿਵਤਾ ਪ੍ਰਸ਼ਨ ਨਹੀਂ ਉਪਜਾਉਂਦੀ, ਮਨੁੱਖੀ ਮਨ ਵਿੱਚ ਉਪਜੇ ਪ੍ਰਸ਼ਨਾਂ ਨੂੰ ਸ਼ਾਂਤ ਕਰਦੀ ਹੈ। ਅਜਿਹੇ ਸਮਾਜਾਂ ਵਿੱਚ ਕਵੀ ਪੈਗੰਬਰ ਦਾ ਦਰਜਾ ਰੱਖਦੇ ਹਨ ਜਾਂ ਪੈਗੰਬਰ ਹੀ ਕਿਵਤਾ ਲਿਖਦੇ ਹਨ। ਪਰੰਪਰਾਗਤ ਸਮਾਜ ਦਾ ਹਰ ਪ੍ਰਬੰਧ ਅਤੇ ਹਰ ਸੰਗਠਨ ਸਮੁੱਚੇ ਸਮਾਜ ਦੀ ਮੀਰੀ ਪੱਖਾਂ ਨੂੰ ਪੇਸ਼ ਕਰਦਾ ਹੈ। ਨਿਰਸੰਦੇਹ ਤਬਦੀਲੀ ਹਰ ਸਮਾਜ ਵਿੱਚ ਵਾਪਰਦੀ ਹੈ, ਪਰ ਸਮਾਜ ਦਾ ਹਰ ਢੰਗ ਇੱਕੋ ਰਫ਼ਤਾਰ 'ਤੇ ਤਬਦੀਲ ਨਹੀਂ ਹੁੰਦਾ। ਉਦਾਹਰਨ ਵਜੋਂ ਆਰਥਿਕ ਤਬਦੀਲੀ ਅਤੇ ਸੱਭਿਆਚਾਰ ਤਬਦੀਲੀ ਦੀ ਰਫ਼ਤਾਰ ਵੱਖਰੀ ਵੱਖਰੀ ਹੁੰਦੀ ਹੈ। ਜਿਹੜੀ ਤਬਦੀਲੀ ਕਿਸੇ ਸਮਾਜ ਦੇ ਸੁਭਾਅ ਅਨੁਸਾਰ ਹੋਵੇ, ਉਹ ਵਿਕਾਸ ਅਖਵਾਉਂਦੀ ਹੈ ਅਤੇ ਜਿਸ ਤਬਦੀਲੀ ਨੂੰ ਅਪਣਾਉਣ ਲਈ ਸਮਾਜ ਮਜਬੂਰ ਹੋਵੇ, ਉਹ ਤਬਦੀਲੀ ਸਮਾਜ ਦਾ ਮੂੰਹ ਮੱਥਾ ਵਿਗਾੜਨ ਅਤੇ ਮਾਨਸਿਕ ਸੰਕਟ ਉਸਾਰਨ ਦਾ ਕਾਰਨ ਬਣਦੀ ਹੈ। ਹਿੰਸਾ ਵਿਗੜੇ ਹੋਏ ਮੂੰਹ ਮੱਥੇ ਵਾਲੇ ਸਮਾਜ ਦੀ ਪ੍ਰਮੁੱਖ ਪਹਿਚਾਣ ਚਿੰਨ੍ਹ ਹੁੰਦੀ ਹੈ। ਪਰੰਪਰਾਗਤ ਸਮਾਜ ਵਿੱਚ ਰਹਿਣ ਵਾਲੇ ਵਿਅਕਤੀ ਕਿਸੇ ਵੀ ਪਰਿਵਰਤਨ ਵੱਲ ਨਿਰਪੱਖ ਦ੍ਰਿਸ਼ਟੀਕੋਣ ਨਹੀਂ ਅਪਣਾ ਸਕਦੇ। ਅਸੀਂ ਸਾਰੇ ਆਪਣੀ ਆਪਣੀ ਮਾਨਸਿਕ ਪੱਧਰ ਅਤੇ ਆਰਥਿਕ ਸਥਿਤੀ ਅਨੁਸਾਰ ਤਬਦੀਲੀ ਪ੍ਰਤੀ ਪੈਂਤੜਾ ਨਿਰਧਾਰਿਤ ਕਰਦੇ ਹਾਂ। ਨਿਰਸੰਦੇਹ ਤਕਨਾਲੋਜੀ ਸਮਾਜਿਕ ਪਰਿਵਰਤਨ ਦਾ ਸਭ ਤੋਂ ਵੱਡਾ ਵਸੀਲਾ ਹੈ। ਮਨੁੱਖ ਆਪਣੀ ਸੋਚ ਅਤੇ ਵਿਹਾਰ ਰਾਹੀਂ ਪ੍ਰਕਿਰਤੀ ਦੀ ਵਿਆਖਿਆ ਕਰਦਾ ਹੈ ਅਤੇ ਉਸ ਵਿੱਚ ਆਪਣਾ ਸਥਾਨ ਨਿਸ਼ਚਿਤ ਕਰਦਾ ਹੈ। ਜਦੋਂ ਕੋਈ ਧਰਮ ਆਧਾਰਿਤ, ਰੱਬ ਕੇਂਦਰਿਤ, ਖੇਤੀਬਾੜੀ ਆਸਰਿਤ, ਵਿਸ਼ਵਾਸ ਮੁੱਖ ਪਰੰਪਰਾਵਾਦੀ ਸਮਾਜ ਕਿਸੇ ਵਿਗਿਆਨ ਆਧਾਰਿਤ, ਵਿਅਕਤੀ ਕੇਂਦਰਿਤ, ਉਦਯੋਗ ਆਸਰਿਤ, ਕਿੰਤੂ ਮੁੱਖ ਗਤੀਸ਼ੀਲ ਸੋਚ ਵੱਲ ਧਕੇਲਿਆ ਜਾਂਦਾ ਹੈ, ਤਾਂ ਉਸ ਸਮਾਜ ਦੀਆਂ ਪਰੰਪਰਾਗਤ ਕਦਰਾਂ ਕੀਮਤਾਂ ਖੁਰ ਜਾਂਦੀਆਂ ਹਨ ਅਤੇ ਮਨੁੱਖ ਦੀ ਨਵਕੀਲੀ ਪਹਿਚਾਣ ਗਵਾਚ ਜਾਂਦੀ ਹੈ। ਅਜਿਹੇ ਸਮਾਜ ਵਿੱਚ ਮਸ਼ੀਨ ਅਤੇ ਕੰਪਿਊਟਰ ਮਨੁੱਖ ਦੇ ਸਹਾਇਕ ਹੋਣ ਦੀ ਥਾਂ ਮਨੁੱਖ ਨੂੰ ਆਪਣੇ ਅਧੀਨ ਕਰ ਲੈਂਦੇ ਹਨ ਅਤੇ ਮਨੁੱਖ ਦੀ ਆਪਣੀ ਹੀ ਪਹਿਚਾਣ ਹੀ ਨਹੀਂ ਗਵਾਚਦੀ, ਉਸ ਦਾ ਮਹੱਤਵ ਵੀ ਘਟਦਾ ਹੈ। ਜਿਉਂ-ਜਿਉਂ ਮਸ਼ੀਨ ਦਾ ਆਕਾਰ ਅਤੇ ਉਸ ਦੀ ਸ਼ਕਤੀ ਵੱਧ ਰਹੀ ਹੈ, ਮਨੁੱਖ ਦੀ ਆਪਣੀ ਪਹਿਚਾਣ ਦੇ ਨਵੇਂ ਸੰਕਟ ਉਤਪੰਨ ਹੋ ਰਹੇ ਹਨ।
ਅਜਿਹੇ ਕਾਰਨਾਂ ਕਰਕੇ ਹੀ ਅਜੋਕਾ ਮਨੁੱਖ ਸਰੀਰਕ ਅਤੇ ਬੌਧਿਕ ਦੋਹਾਂ ਪੱਖਾਂ ਤੋਂ ਰੋਗੀ ਅਤੇ ਉਚਾਟ ਹੋ ਜਾਂਦਾ ਹੈ। ਹਰ ਖੇਤਰ ਵਿੱਚ ਮਨੁੱਖ ਦਾ ਮਹੱਤਵ ਘਟ ਰਿਹਾ ਹੈ, ਕਿਉਂਕਿ ਉਹ ਹੁਣ ਸੌਖਿਆਂ ਹੀ ਕਿਸੇ ਹੋਰ ਵਿਅਕਤੀ ਨਾਲ ਬਦਲਿਆ ਜਾ ਸਕਦਾ ਹੈ। ਅਜਿਹੀ ਸਥਿਤੀ ਵਿੱਚ ਮਨੁੱਖ ਦੀ ਆਪਣੀ ਪਹਿਚਾਣ ਦਾ ਹੀ ਨਹੀਂ, ਸਮਾਜ ਨਾਲ ਉਸਦੇ ਸੰਬੰਧਾਂ ਦਾ ਵੀ ਸੰਕਟ ਉਪਜਾਇਆ ਹੈ। ਇਹੀ ਕਾਰਨ ਹੈ ਕਿ ਸਾਡੀਆਂ ਜੇਲ੍ਹਾਂ, ਹਸਪਤਾਲ, ਪਾਗਲਖਾਨੇ ਆਦਿ ਵੱਧ ਰਹੇ ਹਨ ਅਤੇ ਇਹਨਾਂ ਵਿੱਚ ਰਹਿਣ ਵਾਲਿਆਂ ਦੀ ਗਿਣਤੀ ਵੀ ਵੱਧ ਰਹੀ ਹੈ। ਪਹਿਲਾਂ ਕਿਸੇ ਵਸਤ ਦਾ ਮੁੱਲ ਉਸਦੇ ਉਪਯੋਗੀ ਹੋਣ 'ਤੇ ਨਿਰਭਰ ਕਰਦਾ ਸੀ। ਫਿਰ ਵਟਾਂਦਰਾ ਕਿਸੇ ਵਸਤ ਦੇ ਮੁੱਲ ਦਾ ਆਧਾਰ ਬਣਿਆ। ਹੁਣ ਤਾਂ ਵਸਤਾਂ, ਯੰਤਰ ਅਤੇ ਮਸ਼ੀਨਾਂ ਸਾਡੇ ਅੰਦਰ ਆ ਵਸੀਆਂ ਹਨ ਅਤੇ ਮਨੁੱਖ ਹਰ ਖੇਤਰ ਵਿੱਚ ਅਚੇਤ ਹੀ ਮਸ਼ੀਨ ਜਾਂ ਯੰਤਰ ਵਾਂਗ ਵਿਚਰਨ ਲੱਗ ਪਿਆ ਹੈ। ਅਜੋਕਾ ਮਨੁੱਖ ਸਮਾਜ ਵਿੱਚ ਪਛਾਣਯੋਗ ਵਿਅਕਤੀ ਦੀ ਥਾਂ ਭੀੜ ਵਿੱਚ ਆਪਣੇ ਆਪ ਨੂੰ ਲੱਭ ਰਿਹਾ ਗੁੰਮਨਾਮ ਵਿਅਕਤੀ ਹੋ ਨਿਬੜਿਆ ਹੈ। ਉਸਨੇ ਅਨੁਭਵ ਕਰਨਾ ਬੰਦ ਕਰ ਦਿੱਤਾ ਹੈ। ਸੋ ਜਿਨ੍ਹਾਂ ਵਰਤਾਰਿਆਂ ਨੂੰ ਕੁਝ ਦਹਾਕੇ ਪਹਿਲਾਂ ਅਸੀਂ ਪਾਪ ਕਹਿੰਦੇ ਸਾਂ, ਉਹ ਹੁਣ ਸਮਾਨਯੋਗ ਧੰਦੇ ਬਣ ਗਏ ਹਨ। ਉਂਝ ਤਾਂ ਹਰ ਸਮਾਜ ਸਰਲ ਤੋਂ ਜਟਲ ਸਮਾਜ ਵਿੱਚ ਪਰਿਵਰਤਿਤ ਹੋ ਰਿਹਾ ਹੈ, ਪਰ ਜੇ ਇਹ ਪ੍ਰਕਿਰਿਆ ਸਹਿਜ ਰੂਪ ਵਿੱਚ ਵਾਪਰੇ ਤਾਂ ਇਸ ਦਾ ਪ੍ਰਗਟਾਵਾ ਕਿਰਪਤਾ ਅਤੇ ਸਹਿਜ ਦੇ ਹੋਰ ਰੂਪਾਂ ਵਿੱਚ ਵੀ ਸਹਿਜੇ ਹੀ ਹੋ ਜਾਂਦਾ ਹੈ। ਨਹੀਂ ਤਾਂ ਸਮਾਜ ਅਤੇ ਸਾਹਿਤ ਵਿਚਕਾਰ ਵੀ ਇੱਕ ਵਿੱਥ ਉਤਪੰਨ ਹੋ ਜਾਂਦੀ ਹੈ। ਅਸੀਂ ਭਾਰਤੀ ਅਤੇ ਵਿਸ਼ੇਸ਼ ਕਰਕੇ ਪੰਜਾਬੀ ਸਰਲ ਸੁਭਾਅ ਵਾਲੇ ਲੋਕ ਹਾਂ। ਅਸੀਂ ਸਰਲ ਸਾਹਿਤ ਨੂੰ ਹੀ ਮੰਨਦੇ ਹਾਂ। ਅਸੀਂ ਵਿਚਾਰਾਂ ਅਤੇ ਵਿਚਾਰਧਾਰਾਵਾਂ ਦੀ ਵਿਭਿੰਨਤਾ ਦੀ ਥਾਂ ਕੁਝ ਗਿਣੇ ਚੁਣੇ ਵਿਚਾਰਾਂ, ਵਿਸ਼ਵਾਸਾਂ, ਸੰਕਲਪਾਂ ਅਤੇ ਪ੍ਰਤੀਕਾਂ ਨਾਲ ਹੀ ਗੁਜ਼ਾਰਾ ਕਰਨ ਦੇ ਆਦੀ ਹਾਂ। ਅਸੀਂ ਅਕਸਰ ਤਰਕ ਦੇ ਆਧਾਰ 'ਤੇ ਨਹੀਂ, ਵਿਸ਼ਵਾਸ ਅਤੇ ਭਾਵਨਾਵਾਂ ਦੇ ਆਧਾਰ 'ਤੇ ਨਿਰਣੇ ਕਰਦੇ ਹਾਂ। ਪਰ ਅਜੋਕੇ ਯੁੱਗ ਵਿੱਚ ਤਾਂ ਅਨੇਕਾਂ ਦ੍ਰਿਸ਼ਟੀਕੋਣ, ਸਿਧਾਂਤ ਅਤੇ ਫਲਸਫੇ ਆਪਸ ਵਿੱਚ ਟਕਰਾ ਰਹੇ ਹਨ। ਇਸੇ ਕਾਰਨ ਮਨੁੱਖਾਂ, ਸਮਾਜਾਂ, ਧਰਮਾਂ, ਸੱਭਿਆਚਾਰਾਂ, ਪਾਰਟੀਆਂ, ਜਥੇਬੰਦੀਆਂ ਆਦਿ ਦੇ ਆਪਸੀ ਸੰਬੰਧ ਵੀ ਟਕਰਾਓ ਵਾਲੇ ਅਤੇ ਅਸਥਾਈ ਹੋ ਨਿਬੜਦੇ ਹਨ। ਹਰ ਵਰਤਾਰਾ ਜਾਂ ਸਮੱਸਿਆ ਪ੍ਰਤੀ ਹਰ ਇੱਕ ਵਿਅਕਤੀ ਦਾ ਤਰਕ ਵੱਖਰਾ ਹੈ, ਸੋ ਉਸਨੂੰ ਵਿਹਾਰ ਸਾਨੂੰ ਮਨਮਾਨੀ ਵਾਲਾ ਪ੍ਰਤੀਤ ਹੋਣ ਲੱਗ ਪਿਆ ਹੈ। ਅਜਿਹੀ ਸਥਿਤੀ ਵਿੱਚ ਸਮਾਜਿਕ ਕਦਰਾਂ ਕੀਮਤਾਂ ਸਥਿਰ ਨਹੀਂ ਹੋ ਸਕਦੀਆਂ, ਕਿਉਂਕਿ ਅਜਿਹੀ ਹਾਲਤ ਵਿੱਚ ਕੁਝ ਵੀ ਸਥਿਰ ਅਤੇ ਪੱਕਾ ਨਹੀਂ ਹੋ ਸਕਦਾ। ਵਸਤਾਂ ਦੀ ਅਥਾਹ ਵਿਭਿੰਨਤਾ ਵਾਂਗ ਅੱਜ ਜੀਵਨ ਦੇ ਹਰ ਖੇਤਰ ਵਿੱਚ ਵੰਨ-ਸੁਵੰਨਤਾ ਦਾ ਬੋਲਬਾਲਾ ਹੈ। ਹੁਣ ਭਾਂਤ-ਭਾਂਤ ਦੇ ਵਿਅਕਤੀ ਤਾਂ ਹੋ ਸਕਦੇ ਹਨ, ਪਰ ਜਿਨ੍ਹਾਂ ਨੂੰ ਅਸੀਂ ਮਹਾਨ ਵਿਅਕਤੀ ਕਹਿੰਦੇ ਹਾਂ, ਉਹਨਾਂ ਦੇ ਪ੍ਰਗਟ ਹੋਣ ਦੀ ਉੱਕਾ ਹੀ ਕੋਈ ਸੰਭਾਵਨਾ ਨਹੀਂ ਰਹੀ। ਸਾਡੇ ਪੁਰਾਣੇ ਨਾਇਕ ਬਦਲਦੀਆਂ ਪਰਿਸਥਿਤੀਆਂ ਵਿੱਚ ਸਾਨੂੰ ਹੁਣ ਕੋਈ ਪ੍ਰੇਰਨਾ ਨਹੀਂ ਦਿੰਦੇ ਅਤੇ ਨਵੇਂ ਨਾਇਕ ਪੈਦਾ ਨਹੀਂ ਹੋ ਸਕਦੇ। ਸੋ ਅਸੀਂ ਦਿਸ਼ਾਹੀਨ, ਉਦੇਸ਼ਹੀਨ, ਮਨੋਰਥਹੀਨ, ਅਰਥਹੀਨ ਅਵਸਥਾ ਵਿੱਚ ਵਿਚਰਨ ਭਟਕਣ ਲਈ ਮਜਬੂਰ ਹਾਂ। ਅਜਿਹੀ ਅਵਸਥਾ ਵਿੱਚ ਦੂਜਿਆਂ ਦਾ ਧਿਆਨ ਖਿੱਚਣ ਲਈ ਵੱਡੀ ਤੋਂ ਵੱਡੀ ਸਨਸਨੀ ਉਪਜਾਉਣ ਦਾ ਯਤਨ ਕੀਤਾ ਜਾ ਰਿਹਾ ਹੈ। ਅਸੀਂ ਵਿਸ਼ੇਸ਼ ਤਾਂ ਬਣਦੇ ਜਾ ਰਹੇ ਹਾਂ, ਪਰ ਸਾਡਾ ਸੰਸਾਰ ਦੇ ਦੂਜੇ ਲੋਕਾਂ ਨਾਲ ਰਿਸ਼ਤਾ ਸਾਵਾਂ ਸੁਖਾਵਾਂ ਨਹੀਂ ਰਿਹਾ ਅਤੇ ਫਲਸਰੂਪ ਅਸੀਂ ਮਾਨਸਿਕ ਪੱਖੋਂ ਤਣੇ ਹੋਏ ਇਕਲਾਪੇ ਦਾ ਸ਼ਿਕਾਰ ਅਤੇ ਅਸ਼ਾਂਤ ਚਿੱਤ ਵਾਲੇ ਵਿਅਕਤੀ ਹੋ ਨਿਬੜਦੇ ਹਾਂ।
ਆਸ ਤਾਂ ਕੀਤੀ ਜਾਂਦੀ ਸੀ ਕਿ ਪਰਿਵਰਤਨ ਨਾਲ ਜੀਵਨ ਇੱਕ ਸੁਰਤਾ ਵਾਲਾ ਬਣ ਜਾਵੇਗਾ ਅਤੇ ਮਨੁੱਖ ਨੂੰ ਆਪਣਾ ਆਪਾ ਵਿਕਸਿਤ ਕਰਨ ਲਈ ਵਧੇਰੇ ਸਮਾਂ ਅਤੇ ਸਾਧਨ ਮਿਲਣਗੇ ਅਤੇ ਮਨੁੱਖ ਦੀ ਪ੍ਰਸੰਨਤਾ ਅਤੇ ਤਸੱਲੀ ਦੇ ਨਵੇਂ ਸੋਮੇ ਉਪਜਣਗੇ। ਪਰ ਆਸਾਂ ਦੇ ਉਲਟ ਮਨੁੱਖਾਂ ਦੀਆਂ ਪਸ਼ੂ ਫਿਰਤੀਆਂ ਅਤੇ ਤਾਮਸਿਕ ਸ਼ਕਤੀਆਂ ਹੀ ਬਲਵਾਨ ਹੋਈਆਂ ਹਨ ਅਤੇ ਅਜਿਹੀਆਂ ਸ਼ਕਤੀਆਂ ਨੇ ਅਜੋਕੇ ਮਨੁੱਖ ਦੇ ਸੰਕਟਾਂ ਨੂੰ ਡੂੰਘਾ ਅਤੇ ਗੂੜ੍ਹਾ ਕਰਨ ਦਾ ਹੀ ਕਾਰਜ ਕੀਤਾ ਹੈ। ਅਸੀਂ ਗਲਤੀ ਇਹ ਕੀਤੀ ਹੈ ਕਿ ਅਸੀਂ ਆਪਣੀ ਪਰੰਪਰਾ ਨੂੰ ਪਰਿਵਰਤਨ ਦੀ ਆਪਣੀ ਨਵੀਂ ਨਿਵੇਕਲੀ ਨੁਹਾਰ ਪ੍ਰਦਾਨ ਕਰਨ ਦੀ ਥਾਂ ਇਸ ਨੂੰ ਪੱਛਮੀ ਆਧੁਨਿਕਤਾ ਦਾ ਪਿਛਲਗ ਬਣਾ ਦਿੱਤਾ ਹੈ ਅਤੇ ਨਤੀਜਾ ਇਹ ਹੋਇਆ ਹੈ ਕਿ ਅਸੀਂ ਤੀਜੀ ਦੁਨੀਆ ਦੇ ਇੱਕ ਪਰੰਪਰਾਵਾਦੀ ਗਰੀਬ ਦੇਸ਼ ਦੇ ਲੋਕ ਟੈਕਨੋਲੋਜੀ ਦੇ ਖੇਤਰ ਵਿੱਚ ਵਿਕਸਿਤ ਪੱਛਮ ਦੇ ਪਿੱਛੇ ਲੱਗ ਕੇ ਕੰਢਿਆਂ ਉੱਤੇ ਘਸੀਟੇ ਜਾ ਰਹੇ ਹਾਂ। ਸਾਡਾ ਦੁਖਾਂਤ ਇਹ ਹੈ ਕਿ ਅਸੀਂ ਵਾਪਸ ਵੀ ਨਹੀਂ ਮੁੜ ਸਕਦੇ ਕਿਉਂਕਿ ਅਸੀਂ ਗੁਲਾਮੀ ਦੀ ਕੈਦ ਵਾਲੀ ਜੇਲ੍ਹ ਨੂੰ ਆਪਣੀ ਮੰਜ਼ਿਲ ਬਣਾ ਲਿਆ ਹੈ। ਜੇਲ੍ਹ ਕਿਤਨੀ ਵੀ ਸੁੰਦਰ ਹੋਵੇ, ਜੇਲ੍ਹ ਹੀ ਰਹਿੰਦੀ ਹੈ। ਉਦਾਰਾ ਪਰਿਵਰਤਨ ਕਿਤਨਾ ਵੀ ਸੋਹਣਾ ਹੋਵੇ, ਦੁਖਦਾਈ ਹੀ ਹੁੰਦਾ ਹੈ। ਧੰਨਵਾਦ।